बेटे नसीब आ देखो थानेदार साहब आए हैं। सच्ची सच्ची गल दस दो इन्हां नूं की होया। कपड़े सुकने पाउंदी सी कोठे ते पैर तिलक गया ते मैं डिग पई। फिर पता नहीं की होया, होश आई तां मैं हस्पताल च सी। बहुत डरी हुई लगती है, पता नहीं उन्होंने लोगों ने किहो जी दहशत पाई होनी है इहदे मन ते। पर मैडम ये बयान तो बिना तो असीं कोई एक्शन नहीं लै सकते ना उन्हां ते। देखो थानेदार साहब, डॉक्टरी रिपोर्ट मुताबिक तो ये पेट च सट्टां वजियां ना, जिहदे करके ये पेट च जिहड़ी 3 महीने की बच्ची सी उहदी मौत हो गई है। पर मैडम वो आप ये गल दसे तां ही ना, वो तो कह रही है कि जिथे वो डिगी है उत्थे इट्टां रोड़े पे सी ते ओहदे बच गए। थानेदार साहब असल च डर गई लगती है, जिहदे करके सच दस नहीं रही। हुण कुछ होर हो सकता है। होना की है, हुण तां कोई अखी वेखदा गवाह होवे तां ही कुछ हो सकदा। हाँ है एक लड़की है इसे मल्ले दी, मैं कोशिश कर दी है। ठीक है। सानू तो पता नहीं जी। कमाल है, तुसी ओदे गुआंढ च रहने हो फिर भी तुहानू पता नहीं। और सामने आई है पर असी कदी आए गए नहीं उन्हां दे। क्यों चंगे नहीं है लोग? चंगे होण जा माड़े भैन जी, असी की लेना देना है। नाले अजकल टाइम ही किथे है भी किसे बारे जानदे फिरिए। कम्मा करा तो वेड़ ही नहीं लगदा। नाले तानू की काम है उन्हां ताई? इन्हां ने अपनी नौं नूं बहुत बुरी तरह मारिया कुटिया। हाँ ਤੁਹਾਡੇ ਮੁਹੱਲੇ ਚੋਂ ਇੱਕ ਬਹਾਦਰ ਜੀ ਲੜਕੀ ਨੇ ਫੋਨ ਕੀਤਾ ਸੀ ਸਾਨੂੰ, ਅਸੀਂ ਉਹਨੂੰ ਮਿਲਣਾ ਚਾਹੁੰਦੇ ਆ। ਸਾਡੇ ਘਰੋਂ ਤੇ ਕਿਸੇ ਨੇ ਨਹੀਂ ਕੀਤਾ ਭੈਣ ਜੀ, ਤੇ ਨਾ ਹੀ ਅਸੀਂ ਕਦੀ ਬਾਹਰ ਨਿਕਲ ਕੇ ਵੇਖਿਆ ਵੀ ਕਿਸੇ ਦੇ ਘਰ ਕੀ ਹੁੰਦਾ ਹੈ ਤੇ ਕੀ ਨਹੀਂ ਹੁੰਦਾ। ਨਾਲੇ ਵੇਖੇ ਨਾ ਭੈਣ ਜੀ, ਤੂੰ ਆਪ ਸਿਆਣੀ ਹੈ ਨਾ, ਅੱਜ ਕੱਲ ਕੋਈ ਜ਼ਮਾਨਾ ਹੈ ਕਿਸੇ ਦੇ ਘਰ 'ਚ ਦਖਲਅੰਦਾਜ਼ੀ ਕਰਨ ਦਾ। ਅਗਲਾ ਤੇ ਝੱਟ ਖਿਆਲ ਆ ਕੇ ਹੱਥ 'ਚ ਫੜਾ ਦਿੰਦਾ ਹੈ ਨਾ। ਤੂੰ ਕੌਣ ਹੁੰਨੀ ਆ ਸਾਡੇ ਘਰ 'ਚ ਦਖਲ ਦੇਣ ਵਾਲੀ? ਅਸੀਂ ਤੇ ਭੈਣ ਜੀ ਕੰਨਾਂ ਦੇ ਵਿੱਚ ਕੌੜਾ ਤੇਲ ਹੀ ਪਾਇਆ ਪਿਆ ਏ। ਕੋਈ ਕਿਸੇ ਨੂੰ ਮਾਰੇ ਕੁੱਟੇ ਅਸੀਂ ਕੀ ਲੈਣਾ ਹੈ। ਕਮਾਲ ਹੈ, ਤੁਹਾਡੇ ਗੁਆਂਢ ਚ ਰਹਿੰਦੀ ਇੱਕ ਲੜਕੀ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਤੁਹਾਨੂੰ ਪਤਾ ਹੈ ਉਹਦੇ ਪੇਟ 'ਚ ਜਿਹੜੀ 3 ਮਹੀਨੇ ਦੀ ਬੱਚੀ ਸੀ ਉਹਦੀ ਕੁੱਖ 'ਚ ਮੌਤ ਹੋ ਚੁੱਕੀ ਹੈ, ਤੇ ਤੁਸੀਂ ਸਾਰੇ ਗੂੰਗੇ ਬਣੇ ਬੈਠੇ ਹੋ। ਤੁਹਾਡੇ 'ਚ ਕੋਈ ਇਹੋ ਜਿਹਾ ਨਹੀਂ ਜਿਹੜਾ ਉਹਦੇ ਦੁੱਖ 'ਚ ਉਹਦਾ ਸ਼ਰੀਕ ਹੋ ਸਕੇ। ਪਰ ਤੁਸੀਂ ਲੈਣਾ ਵੀ ਕੀ ਹੈ, ਤੁਹਾਡੀ ਉਹ ਲੱਗਦੀ ਵੀ ਕੀ ਹੈ। ਨਾਲੇ ਇੱਕ ਔਰਤ ਦਾ ਦੂਜੀ ਔਰਤ ਨਾਲ ਰਿਸ਼ਤਾ ਵੀ ਕੀ ਹੁੰਦਾ ਹੈ, ਸਾਂਝ ਵੀ ਕੀ ਹੁੰਦੀ ਹੈ। ਆ ਗਿਆ ਜੀ ਨਸੀਬ ਦਾ ਪਿਓ ਭੈਣ ਜੀ, ਇਹਦੇ ਕੋਲੋਂ ਪੁੱਛ ਲਓ। ਕੀ ਹੋਇਆ ਮੇਰੀ ਧੀ ਨੂੰ? ਹੈ ਹਸਪਤਾਲ ਜਾ ਪਾਪਾ ਜੀ। ਹਸਪਤਾਲ ਚ ਕੀ ਹੋਇਆ ਮੇਰੀ ਬੱਚੀ ਨੂੰ? ਕਿਤੇ ਉਹਨਾਂ ਪਾਪੀਆਂ ਨੇ ਕੁਝ ਕਰ ਤੇ ਨਹੀਂ ਦਿੱਤਾ ਉਹਨੂੰ? ਪਾਪਾ ਜੀ ਉਹਨੂੰ ਤਾਂ ਵਿਚਾਰੀ ਨੂੰ ਬਹੁਤ ਕੁੱਟਿਆ, ਚੀਕਾਂ ਮਾਰਦੀ ਸੀ ਭਾਬੀ ਵਿਚਾਰੀ, ਬਹੁਤ ਹੀ ਰੋਂਦੀ ਸੀ। ਚੁੱਪ ਕਰ, ਚੱਲ ਤੂੰ ਅੰਦਰ। ਬੋਲਣ ਕਿਉਂ ਨਹੀਂ ਦਿੰਦੇ ਤੁਸੀਂ ਬੱਚੀ ਨੂੰ? ਦੱਸ ਬੇਟੇ, ਦੱਸ ਕੀ ਹੋਇਆ? ਭੈਣ ਜੀ ਇਹ ਤੇ ਐਵੇਂ ਬੋਲੀ ਜਾਂਦੀ ਹੈ, ਇਹਨੂੰ ਨਹੀਂ ਕੁਛ ਵੀ ਪਤਾ ਨਿਆਣੀ ਨੂੰ। ਪਤਾ ਕਿਉਂ ਨਹੀਂ ਮੈਨੂੰ ਸਭ ਪਤਾ ਹੈ। ਮੈਂ ਹੀ ਤਾਂ ਫੋਨ ਕੀਤਾ ਸੀਗਾ ਮਾਂ ਦਲੇਰ ਕੌਰ ਨੂੰ। ਮੈਂ ਤੈਨੂੰ ਕਿਹਾ ਅੰਦਰ ਚੱਲ। ਅੱਜ ਤੁਸੀਂ ਮੈਨੂੰ ਅੰਦਰ ਧੱਕ ਰਹੇ ਹੋ ਮੰਮੀ, ਮੈਨੂੰ ਅੰਦਰ ਜਾਣ ਲਈ ਕਹਿ ਰਹੇ ਹੋ, ਕਿਉਂਕਿ ਜਿਸ ਲੜਕੀ ਤੇ ਅੱਜ ਇਹ ਮੁਸੀਬਤ ਆਈ ਹੈ ਤੁਹਾਡੀ ਆਪਣੀ ਧੀ ਨਹੀਂ ਹੈ, ਉਹ ਕਿਸੇ ਹੋਰ ਦੀ ਧੀ ਹੈ। ਇਸ ਵਾਸਤੇ ਕੱਲ ਨੂੰ ਰੱਬ ਨਾ ਕਰੇ ਕਿ ਜੇਕਰ ਤੁਹਾਡੀ ਧੀ ਤੇ, ਤੁਹਾਡੀ ਆਪਣੀ ਧੀ ਤੇ ਮੇਰੇ ਤੇ ਇਹੀ ਮੁਸੀਬਤ ਆਏਗੀ ਤੇ ਤੁਹਾਨੂੰ ਵੀ ਕਿਸੇ ਨੇ ਕੁਝ ਨਹੀਂ ਦੱਸਣਾ। ਤੁਸੀਂ ਵੀ ਗਵਾਂਢੀਆਂ ਦੇ ਤਰਲੇ ਪਾਉਂਦੇ ਫਿਰਨਾ। ਸ਼ਾਬਾਸ਼ ਸ਼ਾਬਾਸ਼ ਮੇਰੀ ਧੀ। ਦੱਸ ਬੇਟੇ, ਦੱਸ ਕੀ ਹੋਇਆ? ਸੱਚ ਸੱਚ ਦੱਸ, ਦੱਸ ਮੇਰੀ ਧੀ ਕੀ ਹੋਇਆ? ਤੇ ਭਾਬੀ ਜੀ ਤੋਂ ਡਿਜ਼ਾਈਨ ਲੈਣ ਵਾਸਤੇ ਗਈ ਸੀ ਉਹਨਾਂ ਦੇ ਘਰ, ਤੇ ਜਾ ਕੇ ਵੇਖਿਆ ਅੰਦਰੋਂ ਬਹੁਤ ਉੱਚੀ ਉੱਚੀ ਚੀਕਾਂ ਦੀ ਆਵਾਜ਼ ਆਈ ਜਾਂਦੀ ਸੀ। ਭਾਬੀ ਉੱਚੀ ਉੱਚੀ ਰੋਂਦੀ ਪਈ ਸੀ, ਬਚਾਓ ਬਚਾਓ ਕਹਿ ਰਹੀ ਸੀ। ਇਹਨਾਂ ਨੂੰ ਮੰਮੀ ਆਈ ਹੈ ਖਿੱਚ ਕੇ ਮੈਨੂੰ ਅੰਦਰ ਲੈ ਗਈ ਹੈ, ਪਰ ਉਹਨਾਂ ਨੇ ਅੰਦਰੋਂ ਕੁੰਡਾ ਲਾ ਦਿੱਤਾ। ਮੈਂ ਅੰਦਰੋਂ ਜਾ ਕੇ ਫੋਨ ਕੀਤਾ ਤੁਹਾਨੂੰ, ਪਰ ਕੁਦਰਤੀ ਤੁਹਾਡਾ ਮੋਬਾਈਲ ਵੀ ਕਿਸੇ ਹੋਰ ਔਰਤ ਦੇ ਕੋਲ ਸੀਗਾ। ਉਦੋਂ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਹੈ,
ਔਰ ਉਹਨਾਂ ਨੇ ਮੈਨੂੰ ਇਹ ਹੌਸਲਾ ਦਿੱਤਾ ਕਿ ਕੋਈ ਨਾ ਤੁਸੀਂ ਫਿਕਰ ਨਾ ਕਰੋ, ਅਸੀਂ ਹੁਣੇ ਪਹੁੰਚਦੇ ਆ ਉੱਥੇ। ਇਹਨਾਂ ਨੂੰ ਮੰਮੀ ਨੇ ਮੈਨੂੰ ਫੋਨ ਕਰਦੀ ਨੂੰ ਵੇਖ ਲਿਆ ਤੇ ਉਹਨਾਂ ਨੇ ਮੇਰੇ ਹੱਥੋਂ ਫੋਨ ਆ ਕੇ ਖੋ ਲਿਆ। ਕਸਾਈਆਂ ਨੇ ਉਹੀ ਕਰਤਾ ਜਿਹਦਾ ਡਰ ਸੀ। ਅਸੀਂ ਤਾਂ ਸੋਚਦੇ ਸੀ ਕਿ ਧੀ ਵਿਆਹ ਕੇ ਸੌਖੇ ਹੋ ਜਾਗੇ, ਪਰ ਅਸੀਂ ਤਾਂ ਜ਼ਿਆਦਾ ਔਖੇ ਹੋ ਗਏ। ਪਹਿਲਾਂ ਵੀ ਇੱਕ ਵਾਰ ਇਹਨਾਂ ਨੇ ਐਵੇਂ ਹੀ ਮਾਰਿਆ ਕੁੱਟਿਆ। ਪ੍ਰਾਹੁਣਾ ਬਾਹਰ ਜਾਣ ਲਈ ਪੈਸੇ ਮੰਗਦਾ ਸੀ, 4 ਲੱਖ ਰੁਪਈਆ। ਅਸੀਂ ਔਖਿਆਂ ਸੌਖਿਆਂ ਹੋ ਕੇ ਇਕੱਠੇ ਕਰਕੇ ਦਿੱਤੇ, ਪਰ ਕੰਮ ਨਹੀਂ ਬਣਿਆ। 3 ਦਿਨ ਹੋਇਆ ਪ੍ਰਾਹੁਣੇ ਦਾ ਫੋਨ ਆ ਗਿਆ ਕਿ ਪੈਸੇ ਚਾਹੀਦੇ ਆ, ਟਰੈਕਟਰ ਲੈਣਾ ਹੈ। ਮੈਂ ਉਦਣ ਦਾ ਹੀ ਭੱਜਾ ਫਿਰਦਾ। ਮੈਂ ਇਕੱਠੇ ਕਰਕੇ ਲਿਆਇਆ ਜਿੰਨੇ ਕਿ ਮੈਥੋਂ ਹੋ ਸਕੇ। ਮੇਰੇ ਵਰਗੇ ਬੰਦੇ ਲਈ ਪੈਸੇ ਇਕੱਠੇ ਕਰਨੇ ਕਿਹੜੇ ਸੌਖੇ ਆ। ਆੜਤੀ ਸਿੱਧੇ ਮੂੰਹ ਗੱਲ ਨਹੀਂ ਕਰਦੇ, ਜ਼ਮੀਨ ਨਾਲ ਅੰਗੂਠਾ ਲਵਾਇਆ ਹੈ ਤਾਂ ਜਾ ਕੇ ਦਿੱਤੇ ਨੇ। ਮੁੰਡਾ ਮੇਰੇ ਨਾਲ ਅੱਖਾਂ ਕੱਢਦਾ ਕਿ ਤੂੰ ਸਾਰਾ ਕੁੜੀ ਦਾ ਘਰ ਭਰੀ ਜਾਂਦਾ। ਇਹਨਾਂ ਜ਼ਾਲਮਾਂ ਨੇ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਮੇਰੀ ਧੀ ਨੂੰ। ਪਰ ਤੁਸੀਂ ਪੁਲਿਸ ਕੋਲੇ ਰਿਪੋਰਟ ਦਰਜ ਕਰਾਉਣੀ ਸੀ ਵੀਰ ਜੀ। ਪੁਲਿਸ ਕੁਝ ਨਹੀਂ ਕਰਦੀ ਬੀਬੀ। ਪੁਲਿਸ ਕਹਿੰਦੀ ਹੈ ਗਵਾਹੀਆਂ ਲਿਆਓ। ਮੇਰੀ ਧੀ ਨੂੰ ਅੰਦਰ ਵਾੜ ਕੇ ਕੁੱਟਦੇ, ਗਵਾਹੀਆਂ ਕਿੱਥੋਂ ਲੈ ਆਵਾਂ ਮੈਂ? ਇਹ ਤੇ ਡਰਦੀ ਨੇ ਵਿਚਾਰੀ ਨੇ ਕਈ ਚਿਰ ਗੱਲ ਹੀ ਨਹੀਂ ਕੀਤੀ। ਇੱਥੇ ਜਦੋਂ ਪ੍ਰਾਹੁਣੇ ਨੇ ਫੋਨ ਕਰਕੇ ਸਿੱਧੇ ਪੈਸੇ ਮੰਗਣੇ ਸ਼ੁਰੂ ਕੀਤੇ ਤਾਂ ਪਤਾ ਲੱਗਾ ਵੀ ਧੀ ਸਾਡੀ ਔਖੀ ਆ। ਮੈਂ ਤੇ ਧੀ ਵਿਆਹ ਕੇ ਔਖਾ ਹੋ ਗਿਆ। ਘਰ-ਬਾਰ ਤਾਂ ਪਹਿਲਾਂ ਹੀ ਪੱਟ ਕੇ ਸਾਰਾ ਲਾਤਾ। ਸੋਚਿਆ ਵੀ 20 ਕਿੱਲਿਆਂ ਦਾ ਮਾਲਕ ਹੈ, ਕੁੜੀ ਸੁੱਖ ਲਊਗੀ। ਪਰ ਇਹਨਾਂ ਜ਼ਾਲਮਾਂ ਨੇ ਕੁਝ ਨਹੀਂ ਹੋਇਆ ਤੁਹਾਡੀ ਧੀ ਨੂੰ, ਬਿਲਕੁਲ ਠੀਕ ਠਾਕ ਆ ਉਹ ਵੀਰ ਜੀ। ਇਹਨਾਂ ਨੇ ਵਿਚਾਰਿਆ ਹਸਪਤਾਲ ਲਿਜਾ ਕੇ, ਨਹੀਂ ਤਾਂ ਕੁਝ ਵੀ ਹੋ ਸਕਦਾ ਸੀ। ਰੱਬ ਤੁਹਾਡਾ ਭਲਾ ਕਰੇ। ਤੁਹਾਡੇ ਬੱਚੇ ਜੀਣ ਪਿੰਡ ਦੀ ਮੈਨੂੰ ਮੇਰੀ ਧੀ ਕੋਲ ਲੈ ਚੱਲੋ। ਚੱਲਦੇ ਆ ਵੀਰ ਜੀ, ਚੱਲਦੇ ਆ ਆਪਾਂ ਸਾਰੇ, ਪਰ ਪਹਿਲਾਂ ਉਹਨਾਂ ਪਾਪੀਆਂ ਦਾ ਪਤਾ ਕਰ ਲਈਏ ਕਿੱਥੇ ਲੁਕੇ ਆ। ਰੱਬ ਦਾ ਵਾਸਤਾ ਹੈ ਭੈਣ ਜੀ, ਉਹਨਾਂ ਨੂੰ ਕੁਝ ਨਾ ਆਖਿਓ, ਨਹੀਂ ਤਾਂ ਉਹਨਾਂ ਮੇਰੀ ਧੀ ਨਹੀਂ ਵਸਾਉਣੀ। ਸੋਚਣਗੇ ਮੈਂ ਪੁਲਿਸ ਲੈ ਕੇ ਆਇਆ। ਤੁਹਾਡੀ ਧੀ ਹੁਣ ਵਸੂਗੀ ਭਰਾ ਜੀ, ਜ਼ਰੂਰ ਵਸੂਗੀ। ਸਾਰਾ ਮਹੱਲਾ ਵਸਾਊਗਾ ਉਹਨੂੰ। ਵੇਖੋ ਭੈਣੋ ਤੇ ਵੀਰੋ, ਜੇ ਆਪਾਂ ਸਾਰਾ ਕੁਝ ਹੁੰਦਿਆ ਇਸੇ ਤਰ੍ਹਾਂ ਅੱਖਾਂ ਬੰਦ ਕਰਕੇ, ਮੂੰਹ ਬੰਦ ਕਰਕੇ, ਗੂੰਗੇ ਬਣ ਕੇ ਸਭ ਕੁਝ ਵੇਖਦੇ ਰਹੇ ਤਾਂ ਕੱਲ ਨੂੰ ਸਾਡੀ ਮਦਦ ਲਈ ਵੀ ਕਿਸੇ ਨੇ ਨਹੀਂ ਆਉਣਾ। ਕੱਲ ਨੂੰ ਸਾਡੀ ਧੀ ਭੈਣ ਤੇ ਕਦੇ ਕੋਈ ਘਟਨਾ ਵਾਪਰੀ ਤਾਂ ਕਿਸੇ ਨੇ ਮੂੰਹ ਨਹੀਂ ਖੋਲਣਾ। ਇਸ ਲਈ ਬੋਲੋ ਬੋਲੋ ਜੋ ਕੁਝ ਹੋਇਆ, ਸਜ਼ਾ ਦਿਓ ਉਸ ਪਾਪੀਆਂ ਨੂੰ। ਕੁੜੇ ਭੈਣੇ ਸੁੱਖ ਸੁੱਖ ਬੋਲ, ਸਾਡੇ ਤੇ ਕਾਹਨੂੰ ਵਾਪਰੇ ਇਹੋ ਜਿਹਾ ਕੁਛ। ਹੋਰ ਅੱਜ ਕੱਲ ਤੇ ਧੀਆਂ ਵਸਾਉਣੀਆਂ ਵਿਆਹਣ ਤੋਂ ਵੀ ਔਖੀਆਂ ਹੋਈਆਂ ਪਈਆਂ ਨੇ। ਜਣਾ ਖਣਾ ਤੇ ਮੂੰਹ ਟੱਡੀ ਬੈਠਾ ਏ। ਇਸੇ ਕਰਕੇ ਤੇ ਲੋਕ ਧੀਆਂ ਜੰਮਣ ਤੋਂ ਡਰਦੇ ਨੇ। ਦੁੱਪਰਿਆਰੀਆਂ ਤੇ ਨਹੀਂ ਹੁੰਦੀਆਂ ਵਿਚਾਰੀਆਂ। ਪਰ ਜੇ ਤੁਸੀਂ ਸਾਰੇ ਰਲ ਜਾਓ ਕਿਸੇ ਦੀ ਧੀ ਵਸਾਉਣ ਲਈ ਕਿ ਦਾਜ ਵਾਲੇ ਦੇ ਘਰ ਵਿਆਹ ਕਰਨਾ ਹੀ ਨਹੀਂ, ਕੀ ਕਰਨਗੇ ਲੋਕ? ਕਿੱਥੇ ਵਿਆਹ ਲੈਣਗੇ ਆਪਣੇ ਮੁੰਡੇ? ਕਾਕਾ ਕੋਈ ਨਹੀਂ ਕਰਦਾ ਐਵੇਂ, ਸਭ ਗੱਲਾਂ ਹੀ ਕਰਦੇ ਆ। ਨਾ ਤੂੰ ਦੱਸ, ਤੂੰ ਕਰਾ ਲੇਗਾ ਬਿਨਾਂ ਦਹੇਜ ਤੋਂ ਵਿਆਹ? ਮੈਂ ਕਰਾਉਂਗਾ ਬਿਨਾਂ ਦਹੇਜ ਤੋਂ ਵਿਆਹ। ਸਿਰਫ 3 ਕੱਪੜਿਆਂ 'ਚ ਵਿਆਹ ਕੇ ਲੈ ਕੇ ਆਉਂਗਾ ਕੁੜੀ ਨੂੰ। ਦੱਸੋ ਕੌਣ ਕੌਣ ਰਲੂਗਾ ਮੇਰੇ ਨਾਲ? ਕੌਣ ਕੌਣ ਸਾਥ ਦੇਊਗਾ ਮੇਰਾ ਇਹਨਾਂ ਪਾਪੀਆਂ ਨੂੰ ਸਜ਼ਾ ਦੇਣ ਲਈ ਜਿਹੜੇ ਦਹੇਜ ਮੰਗਦੇ ਆ? ਮੈਂ ਉਹਨਾਂ ਨੂੰ ਤਾਕੀ ਵਿੱਚ ਦੀ ਦੌੜਦਿਆਂ ਵੇਖਿਆ ਸੀ। ਇੱਧਰ ਚਾਚੀ ਦੇ ਘਰ ਹੀ ਲੁਕੇ ਹੋਏ ਆ। ਬਾਕੀ ਦੀ ਸਜ਼ਾ ਥਾਣੇ 'ਚ ਜਾ ਕੇ ਮਿਲੂਗੀ ਇਹਨੂੰ। ਮਾਫੀ ਦੇ ਦਿਓ ਸਾਨੂੰ, ਅਸੀਂ ਅੱਗੇ ਤੋਂ ਕੁਝ ਨਹੀਂ ਮੰਗਦੇ। ਮੇਰੀ ਤੋਬਾ, ਮੇਰੇ ਪਿਓ ਦੀ ਤੋਬਾ, ਕੁਝ ਨਹੀਂ ਮੰਗਦੇ। ਮਾਫੀ ਮੰਗਣੀ ਆ ਨਾ ਤਾਂ ਇਸ ਬਜ਼ੁਰਗ ਤੋਂ ਮੰਗ। ਮਾਫ ਕਰ ਦਿਓ ਜੀ ਇਹਨੂੰ। ਮੈਂ ਤਾਂ ਜੀ ਤੁਹਾਨੂੰ ਪਤਾ ਹੀ ਆ, ਕਦੇ ਨਸੀਬਾਂ ਨੂੰ ਫੁੱਲ ਦੀ ਨਹੀਂ ਲਾਈ, ਧੀਆਂ ਤੋਂ ਬਾਅਦ ਰੱਖੀ ਆ ਜੀ। ਅੱਛਾ, ਇਹ ਤੇ ਸਾਰਾ ਮਹੱਲਾ ਹੀ ਜਾਣਦਾ ਹੈ।
ਮੈਂ ਤਾਂ ਕੁਝ ਨਹੀਂ ਆਂਦਾ, ਮੇਰੀ ਤਾਂ ਬਸ ਧੀ। ਤੁਸੀਂ ਫਿਕਰ ਨਾ ਕਰੋ ਵੀਰ ਜੀ, ਤੁਹਾਡੀ ਧੀ ਹੁਣ ਸਾਡੀ ਸਾਰਿਆਂ ਦੀ ਧੀ ਹੈ। ਅਸੀਂ ਸਾਰਿਆਂ ਦਾ ਧਿਆਨ ਰੱਖਾਂਗੇ, ਅਸੀਂ ਧਿਆਨ ਰੱਖਾਂਗੇ ਉਹਦਾ ਚੰਗੀ ਤਰ੍ਹਾਂ। ਅੱਜ ਤੋਂ ਇਸ ਮਹੱਲੇ ਦੀ ਧੀ ਸਭ ਦੀ ਧੀ, ਸਭ ਦੀ ਧੀ ਹੈ ਇਸ ਮਹੱਲੇ ਦੀ ਧੀ। ਹੁਣ ਸਾਡੀ ਸਾਰਿਆਂ ਦੀ ਧੀ ਅਸੀਂ ਧਿਆਨ ਰੱਖਾਂਗੇ ਉਹਦਾ ਚੰਗੀ ਤਰ੍ਹਾਂ। ਕਾਸ਼ ਮੇਰਾ ਜਵਾਈ ਵੀ ਤੇਰੇ ਵਾਂਗ ਸੋਚਣ ਲੱਗ ਪਵੇ ਪੁੱਤ, ਤੇਰੇ ਵਾਂਗ ਸੋਚਣ ਲੱਗ ਪਵੇ। ਸੁਪਨ ਜਿਉਂਦਾ ਰਹਿ ਪੁੱਤ, ਮੈਨੂੰ ਮਾਣ ਹੈ ਤੇਰੇ ਤੇ। ਹੇ ਸੱਚਿਆ ਪਾਤਸ਼ਾਹ, ਮੇਰੇ ਸੁਪਨ ਨੂੰ ਇਹਦੇ ਮਕਸਦ ਵਿੱਚ ਕਾਮਯਾਬ ਕਰੀ, ਕਾਮਯਾਬ ਕਰੀ ਮੇਰੇ ਸੱਚਿਆ ਪਾਤਸ਼ਾਹ। ਭੈਣ ਜੀ, ਮੇਰੀ ਧੀ ਕਿਹੜੇ ਹਸਪਤਾਲ 'ਚ ਹੈ? ਮੈਂ ਉੱਥੇ ਜਾਣਾ ਚਾਹੁੰਦਾ ਆਪਣੀ ਧੀ ਕੋਲ। ਸੁਪਨ ਜਾ ਮੇਰਾ ਪੁੱਤ, ਵੀਰ ਜੀ ਨੂੰ ਲੈ ਕੇ ਚੱਲ ਹਸਪਤਾਲ 'ਚ। ਨਹੀਂ, ਮੈਂ ਲੈ ਕੇ ਜਾਵਾਂਗਾ ਬਾਪੂ ਜੀ ਨੂੰ। ਮੈਂ ਵੀ ਨਾਲੇ ਜਾਣੀ ਮੈਂ ਹਜੇ ਨਸੀਬ ਤੋਂ ਮਾਫੀ ਵੀ ਤਾਂ ਮੰਗਣੀ ਹੈ। ਨਹੀਂ ਮੈਂ ਵੀ ਜਾਣੀ ਆ ਨਸੀਬੋ ਨੂੰ ਦੇਖਣ ਆਪਣੀ ਨੂੰ। ਤੇ ਜਿਹੜਾ ਜੁਰਮ ਕੀਤਾ ਉਹਦੀ ਸਜ਼ਾ ਕੌਣ ਭੁਗਤੂਗਾ? ਚਲੋ ਠਾਣੇ। ਕਹਿੰਦੇ ਨੇ ਸਮੇਂ ਦੇ ਪਰਿਵਰਤਨ ਨਾਲ ਨਵੀਆਂ ਲੋਕ ਬੋਲੀਆਂ ਦੀ ਸਿਰਜਣਾ ਹੁੰਦੀ ਹੈ। ਆਓ ਵੀਰੋ, ਕੁਝ ਜਿਹਾ ਕਰੀਏ ਕਿ ਸਾਡੀਆਂ ਭੈਣਾਂ ਤੇ ਧੀਆਂ ਕਿੱਦਿਆਂ ਵਿੱਚ ਅਜਿਹੀਆਂ ਲੋਕ ਬੋਲੀਆਂ ਪਾਉਣ। ਨੀ ਸਕੂਟਰ ਛੱਡ ਕੇ, ਨੀ ਉਹ ਕਾਰ ਛੱਡ ਕੇ, ਵੀਰਾ ਭਾਬੂ ਨੂੰ ਲਿਆਇਆ ਸਾਰਾ ਦਾਜ ਛੱਡ ਕੇ। ਨਾ ਕਿ ਅਜਿਹੀਆਂ ਬੋਲੀਆਂ ਪਾਉਣ। ਨੀ ਕੁੜੀਓ ਮੇਰਾ ਹੋ ਗਿਆ ਮੰਗਣਾ, ਸਹੁਰੇ ਮੰਗਦੇ ਦਾਜ ਕੁੜੇ। ਜਿਹੜੇ ਲੋਕੀ ਦਾਜ ਨੇ ਮੰਗਦੇ ਉਹਨਾਂ ਦੇ ਲੜ ਜੇ ਨਾ ਕੁੜੇ। ਹਾਏ ਤੁੰਬਾ ਤੁੰਬਾ ਮੇਰੀ ਜਾਨ ਕੁੜੇ, ਹਾਏ ਤੁੰਬਾ। ਅੱਜ ਤਾਂ ਕਮਾਲ ਹੀ ਕਰਤੀ ਮਾਂ, ਤੁਸੀਂ ਤੇ ਸੁਪਨ ਵੀਰੇ ਨੇ। ਤੇ ਮੁਹੱਲੇ ਦੀਆਂ ਗਲੀ ਦੀਆਂ ਉਹਨਾਂ ਔਰਤਾਂ ਨੇ ਵੀ, ਖਾਸ ਕਰਕੇ ਉਸ ਲੜਕੀ ਨੇ ਜਿਹਨੇ ਫੋਨ ਕਰਕੇ ਦੱਸਿਆ ਸਾਨੂੰ ਇਹ ਸਭ ਕੁਝ। ਜੇਲ੍ਹ ਦੀ ਹਵਾ ਖਾ ਕੇ ਹੁਣ ਹੋਏ ਟਿਕਾਣੇ ਆਉਣਗੇ ਇਹਨਾਂ ਦਾਜ ਦੇ ਲੋਭੀਆਂ ਦੇ। ਵੇਖ ਲੈ ਭੈਣੇ, ਜਿਹੜਾ ਕੁਝ ਕਾਨੂੰਨ ਨਹੀਂ ਨਾ ਕਰ ਸਕਿਆ ਉਹ ਪਿੰਡ ਦੀ ਔਰਤਾਂ ਨੇ ਕਰ ਵਿਖਾਇਆ। ਕਾਨੂੰਨ ਤਾਂ ਅਪਾਹਜ ਹੋ ਜਾਂਦੇ ਮਾਂ, ਜੇ ਸਮਾਜ ਇਹਦਾ ਸਾਥ ਨਾ ਦੇਵੇ ਤਾਂ। ਕਿੰਨੇ ਜ਼ੁਲਮ ਨੇ ਜਿਹੜੇ ਪਰਦੇ ਪਿੱਛੇ ਹੁੰਦੇ ਐ, ਪਰ ਕਈ ਵਾਰੀ ਤਾਂ ਇਹ ਕਾਨੂੰਨ, ਇਹ ਅਦਾਲਤਾਂ ਚਾਹੁੰਦਿਆਂ ਹੋਇਆਂ ਵੀ ਕੁਝ ਨਹੀਂ ਕਰ ਸਕਦੀਆਂ, ਕਿਉਂਕਿ ਕੋਈ ਗਵਾਹੀ ਦੇਣ ਲਈ ਤਿਆਰ ਹੀ ਨਹੀਂ ਹੁੰਦਾ। ਕਿਰਨ, ਮੈਨੂੰ ਲੱਗਦਾ ਕਿ ਲੋਕ ਅਸਲ ਵਿੱਚ ਡਰ ਜਾਂਦੇ ਆ ਇਹਨਾਂ ਕੋਰਟ ਕਚਹਿਰੀਆਂ ਦੇ ਚੱਕਰਾਂ ਤੋਂ। ਉਹਨਾਂ ਨੂੰ ਪਤਾ ਹੁੰਦਾ ਕਿ ਫੈਸਲਾ ਕੋਈ ਛੇਤੀ ਹੋਣਾ ਨਹੀਂ ਤੇ ਉਹਨਾਂ ਦੀ ਅੱਧੀ ਜ਼ਿੰਦਗੀ ਬੀਤ ਜਾਣੀ ਹੈ ਕੋਰਟ ਕਚਹਿਰੀਆਂ ਦੇ ਚੱਕਰਾਂ ਵਿੱਚ। ਪੈਸੇ ਦੀ ਬਰਬਾਦੀ ਵੱਖਰੀ, ਵਕੀਲ ਕਰੋ, ਤਰੀਕ ਭੁਗਤਣ ਜਾਓ। ਮਾਂ, ਜੇ ਲੋਕ ਨਾ ਕਾਨੂੰਨ ਦਾ ਸਾਥ ਦੇਣ ਤਾਂ ਸਾਰੇ ਮਸਲੇ ਆਸਾਨੀ ਨਾਲ ਹੱਲ ਹੋ ਸਕਦੇ ਹੈ। ਪਰ ਇਹ ਤਾਂ ਹੀ ਹੋ ਸਕਦਾ ਜੇ ਲੋਕ ਪਹਿਲਾਂ ਆਪ ਇਸ ਪ੍ਰਤੀ ਜਾਗਰੂਕ ਹੋਣਗੇ ਤੇ ਆਪਣੀ ਜ਼ਿੰਦਗੀ ਦੇ ਛੋਟੇ ਵੱਡੇ ਫੈਸਲੇ ਪਹਿਲਾਂ ਆਪ ਕਰਨਾ ਸਿੱਖਣਗੇ। ਮਾਂ, ਵੀਰੇ ਨੇ ਝੱਟ ਕਰ ਲਿਆ ਆਪਣੀ ਜ਼ਿੰਦਗੀ ਦਾ ਫੈਸਲਾ, ਉਹ ਵੀ ਐਡਾ ਵੱਡਾ ਕਿ ਬਿਨਾਂ ਦਾਜ ਦਹੇਜ ਦੇ ਵਿਆਹ ਕਰਾਉਂਗਾ। ਮੈਂ ਤਾਂ ਹੈਰਾਨ ਆ ਮਾਂ ਕਿ ਇੰਨੀ ਛੋਟੀ ਉਮਰੇ ਵੀਰੇ ਨੂੰ ਇਹ ਸੋਚ ਆਈ ਕਿਵੇਂ। ਇਹ ਤਾਂ ਸਭ ਵਾਹਿਗੁਰੂ ਦੀ ਮਿਹਰ ਹੈ ਤੇ ਬਾਕੀ ਵੱਡਿਆਂ ਦਾ ਆਸ਼ੀਰਵਾਦ ਹੈ ਜਿਨ੍ਹਾਂ ਨੇ ਮੈਨੂੰ ਇਹ ਸਭ ਸਿੱਖਿਆ ਦਿੱਤੀ। ਮੈਂ ਤਾਂ ਸੋਚਦੀ ਹਾਂ ਕਿ ਜੇ ਹਰ ਮਾਂ ਇਹ ਪ੍ਰਣ ਕਰ ਲਵੇ ਕਿ ਉਹਨੇ ਆਪਣੇ ਮੁੰਡੇ ਦੇ ਵਿਆਹ 'ਚ ਦਾਜ ਲੈਣਾ ਹੀ ਨਹੀਂ ਤੇ ਆਪਣੇ ਪਰਿਵਾਰ ਨੂੰ ਵੀ ਇਸ ਗੱਲ ਲਈ ਤਿਆਰ ਕਰੇ ਕਿ ਉਹਨਾਂ ਨੇ ਆਪਣੇ ਘਰ ਵਿੱਚ ਦਹੇਜ ਤੋਂ ਬਿਨਾਂ ਨੌਂ ਨਹੀਂ ਸਗੋਂ ਧੀ ਵਿਆਹ ਕੇ ਲਿਆਉਣੀ ਹੈ ਤੇ ਆਪੇ ਇਸ ਸਮੱਸਿਆ ਦਾ ਹੱਲ ਹੋ ਜਾਏ। ਪਰ ਸਮੱਸਿਆ ਤਾਂ ਉਦੋਂ ਪੈਦਾ ਹੁੰਦੀ ਹੈ ਜਦੋਂ ਕੋਈ ਮਾਂ ਸੱਸ ਬਣ ਕੇ ਇਹ ਭੁੱਲ ਜਾਂਦੀ ਹੈ ਕਿ ਜਿਹੜੀ ਉਹਦੇ ਘਰ ਵਿੱਚ ਨੌਂ ਆਈ ਹੈ ਉਹ ਵੀ ਕਿਸੇ ਦੀ ਧੀ ਹੈ। ਮਾਂ, ਹੁਣ ਤਾਂ ਤੁਹਾਡੀ ਸੋਚ ਨੂੰ ਵੀਰੇ ਨੇ ਵੀ ਅਪਣਾ ਲਿਆ। ਮੈਂ ਹੁਣੇ ਤੁਹਾਡਾ ਮੂੰਹ ਮਿੱਠਾ ਕਰਾਉਣੀ ਆ। ਅੱਛਾ, ਆਜੋ ਲੰਘੋ, ਆਜੋ ਯਾਰ, ਆਜੋ ਬੈਠੋ। ਮੈਂ ਬਸ ਹੁਣੇ ਬੁਲਾ ਕੇ ਲੈ ਕੇ ਆਉਂਦਾ। ਮਾਸੀ, ਬਾਹਰ ਆ ਕੇ ਦੇਖੋ, ਤੁਹਾਨੂੰ ਮੇਰੇ ਕੋਈ ਦੋਸਤ ਮਿਲਣ ਆਇਆ। ਆਈ ਬੇਟੇ, ਆਈ ਮੈਂ 2 ਮਿੰਟ। ਅੱਛਾ ਅੱਛਾ ਜੀ।
सत श्री अकाल बच्चों, और की हाल है? हाँ? बैठो बैठो। ਮਾਂ ਅਸੀਂ ਤੁਹਾਡੇ ਬਾਰੇ ਕਾਫੀ ਕੁਝ ਪੜਿਆ ਸੀ, ਇਸ ਕਰਕੇ ਸਾਡਾ ਮਨ ਕਰਦਾ ਸੀ ਕਿ ਤੁਹਾਨੂੰ ਮਿਲੀਏ। बहुत अच्छा ਕੀਤਾ ਬੇਟੇ। ਅਸੀਂ ਤੁਹਾਡਾ ਕਾਲਜ ਲੈਕਚਰ ਸੁਣਿਆ ਸੀਗਾ, ਉਸ ਦਿਨ ਤੋਂ ਸਾਡਾ ਵੀ ਦਿਲ ਕੀਤਾ ਕਿ ਅਸੀਂ ਵੀ ਕੁਝ ਸਮਾਜ ਲਈ ਕਰੀਏ। ਸਮਾਜ ਵਿੱਚ ਕਰਨ ਨੂੰ ਤਾਂ ਬਹੁਤ ਕੁਝ ਹੈ ਮੇਰੇ ਬੱਚਿਓ। ਦਹੇਜ ਪ੍ਰਥਾ ਹੀ ਲੈ ਲਓ। ਮਹਿਲਾ ਮੰਡਲ ਕੋਲ ਇਹੋ ਜਿਹੇ ਕੇਸ ਆ ਰਹੇ ਆ ਇਸ ਬਾਰੇ ਵਿੱਚ ਕਿ ਸੁਣ ਕੇ ਮਨ ਵੀ ਦਹਿਲ ਜਾਂਦਾ ਹੈ। ਕਿਸੇ ਨੇ ਆਪਣੀ ਨੂੰਹ ਨੂੰ ਅੱਗ ਲਾ ਕੇ ਸਾੜ ਦਿੱਤਾ, ਕਿਸੇ ਨੇ ਜ਼ਹਿਰ ਦੇ ਕੇ ਮਾਰ ਦਿੱਤਾ, ਕਿਸੇ ਦੀ ਧੀ ਔਖੀ ਹੋ ਕੇ ਆਪਣੇ ਪੇਕੀ ਆ ਬੈਠੀ ਤੇ ਕਿਸੇ ਦੀ ਨੇ ਆਤਮ ਹੱਤਿਆ ਕਰ ਲਈ। ਮੈਨੂੰ ਲੱਗਦਾ ਹੈ ਕਿ ਭਰੂਣ ਹੱਤਿਆ ਦਾ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ। ਮਾਸੀ ਮੈਂ ਤਾਂ ਸੋਚਦਾ ਕਿ ਮੁੰਡੇ ਵਾਲਿਆਂ ਨੂੰ ਕੁੜੀ ਵਾਲਿਆਂ ਤੋਂ ਦਾਜ ਲੈਣ ਦੀ ਬਜਾਏ ਨਾ ਆਪਣੀ ਨੂੰਹ ਨੂੰ ਸਾਰਾ ਕੁਝ ਆਪ ਬਣਾ ਕੇ ਦੇਣਾ ਚਾਹੀਦਾ, ਛੇਤੀ ਉਹਨੂੰ ਲੋੜ ਆ। ਹੁੰਦਾ ਇਸ ਦੇ ਬਿਲਕੁਲ ਉਲਟ ਹੈ। ਇੱਕ ਤਾਂ ਮਾਪੇ ਵਿਚਾਰੇ ਧੀ ਦਿੰਦੇ ਆ ਤੇ ਦੂਜਾ ਘਰ ਘਾਟ ਵੀ ਵੇਚ ਕੇ ਉੱਤੇ ਲਾ ਦਿੰਦੇ ਆ। ਅਮੀਰਾਂ ਲਈ ਤਾਂ ਚਲੋ ਇਹ ਸਧਾਰਨ ਗੱਲ ਹੈ, ਪਰ ਗਰੀਬ ਵਿਚਾਰੇ ਕੀ ਕਰਨ? ਉਹਨਾਂ ਦਾ ਤਾਂ ਇਸ ਸਮਾਜਿਕ ਕੁਰੀਤੀ ਨੇ ਦਮ ਘੁੱਟਿਆ ਹੋਇਆ ਨਾ। ਸ਼ਾਇਦ ਇਸੇ ਲਈ ਉਹਨਾਂ ਦੇ ਘਰ ਧੀ ਜੰਮਣ ਤੇ ਸੋਗ ਪੈ ਜਾਂਦਾ ਹੈ। ਮਾਸੀ ਮੈਨੂੰ ਤਾਂ ਲੱਗਦਾ ਕਿ ਜੇ ਕੁੜੀਆਂ ਦੀ ਜਨਮ ਦਰ ਏਦਾਂ ਹੀ ਘਟਦੀ ਰਹੀ ਨਾ ਤਾਂ ਸਮਾਜ ਨੂੰ ਇਹ ਰਿਵਾਜ ਆਪਣੇ ਆਪ ਹੀ ਬਦਲਣਾ ਪੈਣਾ। ਪਰ ਵਿਆਹ ਤਾਂ ਹੀ ਹੋਣਗੇ ਨਾ ਜੇ ਮੁੰਡਿਆਂ ਜਿੰਨੀਆਂ ਕੁੜੀਆਂ ਵੀ ਪੈਦਾ ਹੋਣਗੀਆਂ। ਹੁਣ ਤਾਂ ਕਈ ਵਾਰੀ ਇਹ ਸੋਚ ਕੇ ਵੀ ਡਰ ਲੱਗਦਾ ਹੈ ਕਿ ਜੇ ਮੁੰਡਿਆਂ ਨੂੰ ਵਿਆਹ ਕਰਾਉਣ ਲਈ ਕੁੜੀਆਂ ਲੱਭੀਆਂ ਹੀ ਨਾ ਤਾਂ ਸਮਾਜ ਵਿੱਚ ਤਾਂ ਹਲਚਲ ਮਚ ਜਾਣੀ। ਫਿਰ ਕੀ ਕਰਨਾ ਚਾਹੀਦਾ ਸਾਨੂੰ? ਹੋ ਸਕਦਾ ਕੁਝ? ਜੇ ਇਨਸਾਨ ਸੱਚੇ ਦਿਲੋਂ ਚਾਵੇ ਤਾਂ ਕੀ ਨਹੀਂ ਹੋ ਸਕਦਾ ਮੇਰੇ ਬੱਚਿਓ। ਭਗਤ ਸਿੰਘ ਵਰਗਿਆਂ ਨੇ ਵੀ ਤਾਂ ਦੇਸ਼ ਆਜ਼ਾਦ ਕਰਾ ਹੀ ਲਿਆ ਸੀ ਨਾ, ਤੇ ਉਹ ਵੀ ਅੰਗਰੇਜ਼ਾਂ ਤੋਂ। ਤੁਸੀਂ ਵੀ ਤਾਂ ਇਸੇ ਧਰਤੀ ਦੇ ਜਾਏ ਆ। ਤੁਸੀਂ ਕਿਉਂ ਨਹੀਂ ਸਾਰੇ ਰਲ ਕੇ ਇਹਨਾਂ ਸਮਾਜਿਕ ਕੁਰੀਤੀਆਂ ਤੋਂ ਆਜ਼ਾਦ ਕਰਾ ਸਕਦੇ ਆਪਣੇ ਸਮਾਜ ਨੂੰ? ਹਾਂ, ਤੁਸੀਂ ਕਿੰਨੇ ਦੋਸਤ ਬੈਠੇ ਆ, ਤੁਸੀਂ ਸਾਰੇ ਰਲ ਕੇ ਕਿਉਂ ਨਹੀਂ ਕੋਈ ਨੌਜਵਾਨ ਸਭਾ ਬਣਾਉਂਦੇ? ਸਕੂਲਾਂ 'ਚ ਸਭਾਵਾਂ ਬਣਾਓ, ਕਾਲਜਾਂ 'ਚ ਬਣਾਓ, ਪਿੰਡਾਂ ਦੀਆਂ ਪੰਚਾਇਤਾਂ ਨੂੰ ਨਾਲ ਲਓ, ਧਾਰਮਿਕ ਜਥੇਬੰਦੀਆਂ ਨੂੰ ਨਾਲ ਲਓ, ਇੱਕ ਸਾਂਝਾ ਸੰਘਰਸ਼ ਵਿੱਢੋ ਇਹਨਾਂ ਸਮਾਜਿਕ ਕੁਰੀਤੀਆਂ ਦੇ ਖਿਲਾਫ। ਤਾਂ ਹੀ ਕੁਝ ਹੋ ਸਕਦਾ ਮੇਰੇ ਬੱਚਿਓ। ਆਓ ਸਾਥੀਓ ਆਪਾਂ ਰਲ ਕੇ ਪ੍ਰਣ ਕਰੀਏ ਕਿ ਆਪਾਂ ਖੁਦ ਵੀ ਇਹ ਸਮਾਜਿਕ ਕੁਰੀਤੀ 'ਚੋਂ ਨਿਕਲਾਂਗੇ ਤੇ ਆਪਣੇ ਹੋਰਨਾਂ ਸਾਥੀਆਂ ਨੂੰ ਵੀ ਇਸ ਲਈ ਤਿਆਰ ਕਰਾਂਗੇ। ਆਓ ਕੌਣ ਕੌਣ ਮੇਰੇ ਨਾਲ? ਅਸੀਂ ਤੇਰੇ ਨਾਲ। ਮੈਂ ਵੀ ਤੇਰੇ ਨਾਲ, ਅਸੀਂ ਸਾਰੇ ਤੇਰੇ ਨਾਲ। ਅੱਜ ਤੋਂ ਅਸੀਂ ਇਹ ਪ੍ਰਣ ਕਰਦੇ ਹਾਂ ਅੱਜ ਤੋਂ ਅਸੀਂ ਇਹ ਪ੍ਰਣ ਕਰਦੇ ਹਾਂ ਕਿ ਇੱਕ ਸਾਂਝਾ ਮੋਰਚਾ ਤਿਆਰ ਕਰਾਂਗੇ। ਇੱਕ ਸਾਂਝਾ ਮੋਰਚਾ ਤਿਆਰ ਕਰਾਂਗੇ। ਕਾਲਜਾਂ ਸਕੂਲਾਂ ਤੇ ਪਿੰਡਾਂ ਵਿੱਚ ਜਾ ਕੇ ਕਾਲਜਾਂ ਸਕੂਲਾਂ ਦੇ ਪਿੰਡਾਂ ਵਿੱਚ ਜਾ ਕੇ ਆਪਣੇ ਨੌਜਵਾਨ ਸਾਥੀਆਂ ਨੂੰ ਤਿਆਰ ਕਰਾਂਗੇ। ਆਪਣੇ ਨੌਜਵਾਨ ਸਾਥੀਆਂ ਨੂੰ ਤਿਆਰ ਕਰਾਂਗੇ ਤੇ ਸਾਰੀਆਂ ਸਮਾਜਿਕ ਕੁਰੀਤੀਆਂ ਨੂੰ ਖਤਮ ਕਰਾਂਗੇ। ਤੇ ਸਾਰੀਆਂ ਸਮਾਜਿਕ ਕੁਰੀਤੀਆਂ ਨੂੰ ਖਤਮ ਕਰਾਂਗੇ। ਹੇ ਵਾਹਿਗੁਰੂ, हे ਵਾਹਿਗੁਰੂ, ਸਾਨੂੰ ਉੱਤਮ ਬਖਸ਼ ਸਾਨੂੰ ਉਤਮ ਬਖਸ਼ ਕਿ ਅਸੀਂ ਆਪਣੇ ਮਕਸਦ ਵਿੱਚ ਕਾਮਯਾਬ ਹੋਈਏ। ਕਿ ਅਸੀਂ ਆਪਣੇ ਮਕਸਦ ਵਿੱਚ ਕਾਮਯਾਬ ਹੋਈਏ। ਮਾਂ ਆ ਬੇਟੇ, ਮਾਂ ਮਿਲੋ ਆਪਣੀ ਇੱਕ ਹੋਰ ਧੀ ਨੂੰ। ਆ ਜਾ ਬੇਟੇ ਆ ਜਾ। ਨਹੀਂ ਨਹੀਂ ਰੋਣਾ ਨਹੀਂ, ਰੋਣਾ ਨਹੀਂ, ਰੋਣਾ ਨਹੀਂ। ਆ ਬੈਠ ਮੇਰੇ ਕੋਲ, ਆ ਬੈਠ। ਨਹੀਂ 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 ਨਹੀਂ, बैठो ना, बैठो, बैठ बेटे। मां मैं इसनूं तुहाडे कोल छड्डण आई हां। कौन लेके आया बेटे? मेरे पापा। मेरे पापा? हाँ, मेरे पापा। पापा कौन है आदमी? मां सारी घटना का पता तो मैनू उस दिन लग गया सी जिस दिन ये बर्फी का डब्बा लेके साडे घर आए सी। पर मैं कभी भी इस गल का जिक्र तुहाडे कोल नहीं किया क्योंकि मैं नहीं सी चाहती कि मेरी मां दा दिल होर दुखी होवे।
ਮੈਂ ਨਹੀਂ ਰੱਖਣਾ ਇਹ ਪੱਥਰ ਆਪਣੇ ਘਰੇ। ਕੜਮਿਆ, ਧੀਆਂ ਤਾਂ ਘਰ ਦੀ ਲੱਛਮੀ ਹੁੰਦੀਆਂ। ਮੈਨੂੰ ਨਹੀਂ ਚਾਹੀਦੀ ਇਹ ਲక్ష్ਮੀ। ਤੂੰ ਹਰਦੀ ਹੈ ਪਿੱਛੇ ਕਿ ਨਹੀਂ? ਛੱਡ ਦੇ ਮੇਰੀ ਧੀ ਨੂੰ। ਕੀ ਕਰੇਂਗੀ? ਕੀ ਕਰੇਂਗੀ ਤੂੰ? ਜਾਨ ਲੈ ਲੂੰਗੀ ਤੇਰੀ, ਜਾਨ ਲੈ ਲੂੰਗੀ ਤੇਰੀ। ਕਿਰਨ, ਕਾਨੂੰਨ ਗੁਨਾਹਗਾਰ ਨੂੰ ਸਜ਼ਾ ਦਿੰਦਾ ਨਾ, ਤੇ ਸਮਾਜ ਵੀ ਸਜ਼ਾ ਹੀ ਦਿੰਦਾ ਹੈ। ਪਰ ਦੋਹਾਂ ਦੇ ਸਜ਼ਾ ਦੇਣ ਦੇ ਢੰਗ ਵਿੱਚ ਫਰਕ ਹੁੰਦਾ ਹੈ। ਇਹਨਾਂ ਨੂੰ ਕਹਿ ਦੇ ਕਿ ਇਹਨਾਂ ਦੀ ਸਜ਼ਾ ਅਜੇ ਪੂਰੀ ਨਹੀਂ ਹੋਈ। ਚਲੇ ਜਾਣ ਇੱਥੋਂ, ਚਲੇ ਜਾਣ ਇੱਥੋਂ। ਮੇਰਾ ਕੀ ਕਸੂਰ ਅਮੜੀਏ, ਮੈਂ ਤਾਂ ਰੱਬ ਦਾ ਨੂਰ ਅਮੜੀਏ। ਬੁੱਕਲ ਦਾਨਿਕ ਦੇ ਦੇ ਮੈਨੂੰ, ਹੋਰ ਕੁਝ ਨਾ ਮੰਗਾ ਮਾਂ। ਆਪਣੀ ਜ਼ਿੰਦਗੀ ਤੇ ਦੁੱਖ ਸਹਿ ਕੇ ਪੇਕਿਆਂ ਦੀ ਸੁਖ ਮੰਗਾ ਮਾਂ, ਪੇਕਿਆਂ ਦੀ ਸੁਖ ਮੰਗਾ ਮਾਂ। ਧੀ ਆਪ ਭਾਵੇਂ ਕਿੰਨੀ ਵੀ ਦੁਖੀ ਕਿਉਂ ਨਾ ਹੋਵੇ, ਹਮੇਸ਼ਾ ਪੇਕਿਆਂ ਲਈ ਸੁਖ ਹੀ ਮੰਗਦੀ ਹੈ। ਆਓ ਆਪਾਂ ਸਾਰੇ ਰਲ ਕੇ ਇਹਨਾਂ ਧੀਆਂ ਲਈ ਸੁਖ ਮੰਗੀਏ।